ਸਾਹਿਬ ਜੀਓ। ਜਿਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਤਨ ਸੇ ਨਾਨਕਾ, ਪੂਰਨ ਸੋਈ ਸੰਤ। ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਰਸਨਾ ਨੂੰ ਕਰੋ ਪਵਿੱਤਰ, ਪਿਆਰ ਸਤਿਕਾਰ ਨਾਲ ਗੁਰ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਰਬੱਤ ਗੁਰਮੁਖ ਨਾਮ ਬਾਣੀ ਦੇ ਰਸੀਏ, ਪਵਿੱਤਰ ਆਤਮਾਵਾਂ ਦੂਰੋਂ ਨੇੜਿਓਂ ਚੱਲ ਕਰਕੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਕਾਫੀ ਲੰਮੇਰੇ ਸਮੇਂ ਤੋਂ ਲੈ ਕਰਕੇ ਇਕੱਤਰ ਹੋ ਬੈਠੇ ਹੋ। ਭਲੀ ਪ੍ਰਕਾਰ ਸਮੁੱਚੀਆਂ ਸੰਗਤਾਂ ਨੂੰ ਇਹ ਵਿਦਿਤ ਹੈ ਕਿ ਨਾਮ ਬਾਣੀ ਦੇ ਰਸੀਏ ਤਿਆਗ ਵੈਰਾਗ ਤੇ ਅਨੁਰਾਗ ਸਵਰੂਪ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ ਮਹਾਂਪੁਰਖ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ, ਉਹਨਾਂ ਸਤਿਪੁਰਖਾਂ ਦੀ ਮਿੱਠੀ ਪਿਆਰੀ ਯਾਦ ਵਿੱਚ ਪਹਿਲੀ ਵਰਸੀ ਸਿਮਰਤੀ ਦੇ ਸੰਬੰਧ ਵਿੱਚ ਆਪਾਂ ਸਾਰੇ ਇਕੱਤਰ ਹੋ ਬੈਠੇ ਹਾਂ। ਗੁਰਬਾਣੀ ਜੀ ਦਾ ਰਸ ਪਿੰਨਾ ਸ਼ਬਦ ਕੀਰਤਨ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦੇ ਜਥੇ ਦੀ ਪਾਵਨ ਪਵਿੱਤਰ ਰਸਨਾ ਤੋਂ ਸ਼ਰਵਣ ਕੀਤਾ ਹੈ। ਆਏ ਹੋਏ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਸੰਪਰਦਾਇ ਭਿੰਡਰਾਂ ਦੇ ਮੌਜੂਦਾ ਮੁਖੀ ਅਤੀ ਸਤਿਕਾਰਯੋਗ ਸੰਤ ਗਿਆਨੀ ਕਪੂਰ ਸਿੰਘ ਜੀ, ਉਹਨਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਬੜੇ ਪਿਆਰ ਸਤਿਕਾਰ ਨਾਲ ਮਹਾਨ ਵਿਦਵਤਾ ਭਰਪੂਰ ਜਿਹੜੇ ਸ਼ਬਦ ਆਪ ਜੀ ਨੇ ਸ਼ਰਵਣ ਕੀਤੇ ਹਨ। ਉਪਰੰਤ ਗੁਰੂ ਪਿਆਰੇ ਭਾਈ ਜਸਵਿੰਦਰ ਸਿੰਘ ਜੀ, ਉਹਨਾਂ ਨੇ ਮਹਾਂਪੁਰਖਾਂ ਦੇ ਸੰਬੰਧ ਵਿੱਚ ਬੜੇ ਹੀ ਪਿਆਰ ਵਿੱਚ ਭਿੱਜ ਕਰਕੇ ਕਵਿਤਾ ਆਪ ਸੰਗਤਾਂ ਨੂੰ ਸ਼ਰਵਣ ਕਰਵਾਈ ਹੈ। ਮਹਾਂਪੁਰਸ਼ਾਂ ਵੱਲੋਂ ਸੰਗਤਾਂ ਵੱਲੋਂ ਹੁਕਮ ਸੀ ਕਿ ਕੁਝ ਸਮੇਂ ਵਾਸਤੇ ਗੁਰਮਤਿ ਵਿਚਾਰਾਂ ਦੀ ਸਾਂਝ ਸੰਗਤਾਂ ਨਾਲ ਕੀਤੀ ਜਾਵੇ। ਜਿਸ ਸਤਿਪੁਰਖ ਦੀ ਵਰਸੀ ਦੇ ਸੰਬੰਧ ਵਿੱਚ ਆਪਾਂ ਇਕੱਤਰ ਹੋਏ ਹਾਂ, ਉਹਨਾਂ ਦੇ ਸੰਬੰਧ ਵਿੱਚ ਕਹਿਣਾ ਬਹੁਤ ਹੀ ਮੁਸ਼ਕਲ ਹੈ। ਸਮੇਂ ਦੀ ਸਫਲਤਾ ਵਾਸਤੇ ਤੇ ਅਸੀਂ ਉਹਨਾਂ ਦੀ ਕੁਝ ਵਡਿਆਈ ਬਿਆਨ ਕਰ ਸਕਦੇ ਹਾਂ, ਪਰੰਤੂ ਕਿਸੇ ਮਹਾਂਪੁਰਖ ਦੇ ਸੰਬੰਧ ਵਿੱਚ ਕਹਿਣਾ ਤੇ ਓਡੀ ਵੱਡੀ ਸਾਧ ਸੰਗਤ ਅੰਦਰੋਂ ਜਿਹੜੀ ਬੁੱਧੀ ਵੀ ਚਾਹੀਦੀ ਹੈ, ਓਡੀ ਅਵਸਥਾ ਦਾ ਮਾਲਕ ਹੋਵੇ ਤੇ ਉਹ ਮਹਾਂਪੁਰਖ ਬਾਰੇ ਕੁਝ ਕਹਿ ਸਕਦਾ ਹੈ। ब्रह्म ज्ञानी की गत ब्रह्म ज्ञानी जाने,
ਅਸੀਂ ਤੇ ਕੇਵਲ ਉਹੀ ਮਹਾਂਪੁਰਖਾਂ ਦੇ ਗੁਣਾਂ ਨੂੰ ਬਿਆਨ ਕਰ ਸਕਦੇ ਜਿਹੜੇ ਉਹਨਾਂ ਨੇ ਲੋਕਾਂ ਵਿੱਚ ਵਿਚਰ ਕਰਕੇ ਪਰਉਪਕਾਰ ਦੇ ਵਾਸਤੇ ਕੀਤੇ ਨੇ। ਅੰਦਰਲੀ ਅਵਸਥਾ ਨੂੰ ਉਹ ਨਾਮ ਦਾ ਰਸੀਆ ਮਹਾਂਪੁਰਖ ਆਪ ਹੀ ਜਾਣ ਸਕਦਾ ਹੈ, ਜਾਂ ਜਿਸ ਦੇ ਉੱਤੇ ਸਤਿਗੁਰੂ ਪਾਤਸ਼ਾਹ ਨੇ ਓਡੀ ਬਖਸ਼ਿਸ਼ ਕਰ ਦਿੱਤੀ ਉਹ ਮਹਾਂਪੁਰਖ ਦੇ ਜੀਵਨ ਬਾਰੇ ਕੁਝ ਕਹਿ ਸਕਦਾ। ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਖਾਂ ਨੂੰ, ਜਿਨ੍ਹਾਂ ਨੂੰ ਤਿਆਗੀ ਤੇ ਵੈਰਾਗੀ ਨਾਮ ਦੇ ਸ਼ਬਦਾਂ ਨਾਲ ਅਸੀਂ ਯਾਦ ਕਰਦੇ, ਇਹ ਸਾਰੇ ਗੁਣ ਉਹਨਾਂ ਵਿੱਚੋਂ ਡੁੱਲ ਡੁੱਲ ਕਰਕੇ ਪੈਂਦੇ ਸਨ। ਤਿਆਗ ਆਪ ਜੀ ਨੇ ਵੇਖਿਆ ਹੈ, ਸਾਰੀਆਂ ਸੰਗਤਾਂ ਦਰਸ਼ਨ ਕਰਦੇ ਰਹੇ, ਵਚਨ ਸੁਣਦੇ ਰਹੇ ਮਹਾਂਪੁਰਸ਼ਾਂ ਦੇ। ਵੈਰਾਗ ਵਿੱਚ ਵੀ ਪਰਿਪੂਰਨ ਉਹ ਮਹਾਂਪੁਰਖ, ਤੇ ਜਦੋਂ ਕਿਤੇ ਸਾਧ ਸੰਗਤ ਉਹਨਾਂ ਨੂੰ ਬ੍ਰਹਮ ਸਰੋਤਰੀ ਤੇ ਬ੍ਰਹਮ ਨੇਸ਼ਟੀ ਰੂਪ ਦੇ ਵਿੱਚ ਵੇਖਦੇ, ਤੇ ਕਥਾ ਕਰਦਿਆਂ ਕਰਦਿਆਂ ਕਈ ਵਾਰੀ ਐਸੀ ਵਿਸਮਾਦਤਾਈ ਵਿੱਚ ਚਲੇ ਜਾਂਦੇ ਕਿ ਜਿੰਨੀਆਂ ਵੀ ਸੰਗਤਾਂ ਜੁੜੀਆਂ ਹੁੰਦੀਆਂ ਉਹਨਾਂ ਦੇ ਉੱਪਰ ਦੀ ਉਹ ਗਿਆਨ ਲੰਘ ਜਾਂਦਾ। ਬ੍ਰਹਮ ਨੂੰ ਹਰ ਪਾਸੇ ਸਰੋਤਰੀ ਸੁਣਨ ਵਾਲੇ ਉਹ ਮਹਾਂਪੁਰਖ, ਇੱਕ ਬ੍ਰਹਮ ਅਕਾਲ ਪੁਰਖ ਪਰਮਾਤਮਾ ਦੇ ਉੱਤੇ ਨੇਸ਼ਟੀ ਨਿਸ਼ਚਾ ਕਰਨ ਵਾਲੇ ਉਹ ਮਹਾਂਪੁਰਸ਼, ਉਹਨਾਂ ਵਰਗਾ ਕੋਈ ਦੂਸਰਾ ਨਜ਼ਰ ਨਹੀਂ ਪੈਂਦਾ ਹੈ। ਬੜੇ ਤਿਆਗੀਆਂ ਦੇ ਬਾਰੇ ਸੁਣਦੇ ਹਾਂ, ਪਰੰਤੂ ਬਾਅਦ ਵਿੱਚੋਂ ਅੰਦਰੋਂ ਕੁਝ ਹੋਰ ਨਿਕਲਦਾ ਹੈ। ਵੈਰਾਗੀਆਂ ਦੇ ਬਾਰੇ ਸੁਣਦੇ ਹਾਂ, ਕੋਈ ਵਿਰਲਾ ਹੀ ਐਸਾ ਵੈਰਾਗੀ ਇਸ ਜਗਤ ਵਿੱਚ ਦਿਸਦਾ ਜਿਸ ਤਰ੍ਹਾਂ ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਸ਼ ਹੋਏ। ਕਿਹੜਾ ਗੁਣ ਜਿਹੜਾ ਸਤਿਪੁਰਖਾਂ ਦੇ ਵਿੱਚੋਂ ਝਲਕਦਾ ਨਹੀਂ ਸੀ, ਜਦੋਂ ਵਿਦਵਤਾ ਦੀ ਗੱਲ ਆਉਂਦੀ ਸੀ, ਕਿੱਡਾ ਵੱਡਾ ਕੋਈ ਵਿਦਵਾਨ ਕਿਉਂ ਨਾ ਬਣਿਆ ਫਿਰੇ। ਟਕਸਾਲ ਵਿੱਚ ਖਾਸ ਕਰਕੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਤੋਂ ਬਾਅਦ ਜਿੰਨੇ ਵਿਦਵਾਨ ਪੁਰਸ਼ ਹੋਏ ਨੇ, ਉਹ ਸਾਰੇ ਸੰਤ ਗਿਆਨੀ ਮੋਹਨ ਸਿੰਘ ਜੀ ਦੇ ਵਿਦਿਆਰਥੀ ਹੋਏ ਨੇ। ਇੰਨਾ ਹੀ ਕਹਿ ਦਈਏ ਵੀ ਜਿਸ ਨੇ ਵੀ ਕੋਈ ਵਿਚਾਰ ਸਾਗਰ ਗ੍ਰੰਥ ਜਥੇ ਵਿੱਚ ਰਹਿ ਕੇ ਪੜ੍ਹਿਆ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਵੇਲੇ, ਉਹ ਸਾਰੇ ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਖਾਂ ਕੋਲ ਪੜ੍ਹਦੇ ਰਹੇ ਨੇ। ਛੋਟੇ ਕਥਾ ਦੇ ਗ੍ਰੰਥ ਸੰਤ ਗਿਆਨੀ ਨਰਿੰਜਨ ਸਿੰਘ ਜੀ ਵੈਦ ਜੀ ਪੜ੍ਹਾਇਆ ਕਰਦੇ। ਜਿੰਨੇ ਵਿਦਾਂਤ ਦੀ ਗੋਹਜ ਵਿਦਿਆ ਸੀ ਉਹ ਸਾਰੀ ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਖ ਪੜ੍ਹਾਉਂਦੇ ਸਨ। ਜਦੋਂ ਉਹਨਾਂ ਦੇ ਪੜ੍ਹਾਏ ਹੋਏ ਵਿਦਿਆਰਥੀਆਂ ਤੋਂ ਕਿਤੇ ਕਥਾ ਸੁਣੀਂਦੀ ਤੇ ਕਪਾਟ ਖੁੱਲ ਜਾਂਦੇ ਨੇ, ਲੋਕ ਆਸ ਕਰ ਉੱਠਦੇ ਨੇ, ਪਰੰਤੂ ਏਡਾ ਵੱਡਾ ਵਿਦਵਾਨ ਜੀ ਨੇ ਪੰਥ ਦੇ ਏਡੇ ਵੱਡੇ ਵੱਡੇ ਵਿਦਵਾਨ ਪੈਦਾ ਕਰਕੇ ਦੇ ਦਿੱਤੇ। ਉਹਨਾਂ ਕੋਲ ਜਦੋਂ ਕਿਸੇ ਵਿਦਵਾਨ ਨੇ ਆਉਣਾ ਤੇ ਨਿਮਰਤਾ ਵਿੱਚ ਇਸ ਤਰ੍ਹਾਂ ਜਨਾਉਣਾ ਕਿ ਕੁਝ ਵਿਦਿਆ ਹੀ ਨਹੀਂ ਆਉਂਦੀ ਹੈ। ਇਹ ਬਹੁਤ ਵੱਡਾ ਗੁਣ ਸੀ ਮਹਾਂਪੁਰਖਾਂ ਦੇ ਕੋਲ। 4 ਅੱਖਰ ਬੰਦਾ ਵਿਦਿਆ ਪੜ੍ਹ ਜਾਵੇ ਤਾਂ ਹੁੱਬਣ ਲੱਗ ਜਾਂਦਾ ਕਿ ਮੇਰੇ ਕੋਲ ਵਿਦਵਤਾ ਹੈ। ਏਡਾ ਵੱਡਾ ਖਜ਼ਾਨਾ ਇਕੱਤਰ ਕਰਕੇ ਹਿਰਦੇ ਅੰਦਰ ਸਾਂਭ ਕੇ ਰੱਖ ਲੈਣਾ। ਸਾਧ ਸੰਗਤ ਜੀ, ਇੱਕ ਵਾਰੀ ਰਿਸ਼ੀਕੇਸ਼ ਮਹਾਂਪੁਰਖ ਗਏ। ਉੱਥੇ ਨਿਰਮਲੇ ਸਾਧੂਆਂ ਦੇ ਅੰਦਰ ਵਿਚਾਰ ਚੱਲੀ, ਉਹਨਾਂ ਨੂੰ ਵੀ ਵਿਦਿਆ ਵਿੱਚ ਮਾਣ ਸੀ ਵੀ ਸ਼ਾਇਦ ਸਾਡੇ ਵਰਗੀ ਕੋਈ ਅਧਿਆਤਮਕ ਰੂਪ ਵਿੱਚ ਕਥਾ ਨਹੀਂ ਕਰ ਸਕਦਾ, ਸਾਡੇ ਭੇਖ ਵਿੱਚ ਹੀ ਵਿਦਵਤਾ ਹੈ। ਉੱਥੇ ਪਤਾ ਲੱਗਿਆ ਕਿ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਵੀ ਗਏ ਹੋਏ ਨੇ, ਸ਼ਾਇਦ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਜਾਂਦੇ ਰੁਕੇ ਸਨ। ਤੇ ਜਦੋਂ ਉੱਥੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਕਹਿੰਦੇ ਜੀ ਅੱਜ ਤੁਸੀਂ ਕਥਾ ਕਰੋ। ਤੇ ਜਦੋਂ ਕਥਾ ਕਰਨ ਮਹਾਂਪੁਰਖ ਲੱਗੇ, ਇੱਕੋ ਸ਼ਬਦ ਦੀ 15 ਦਿਨ ਕਥਾ ਕਰਦੇ ਰਹੇ। ਤੇ ਨਿਰਮਲੇ ਸਾਧੂ ਆਸ਼ਾ ਕਰ ਉੱਠੇ, ਕਹਿੰਦੇ ਅਸੀਂ ਤੇ ਸੁਣਿਆ ਸੀ ਸਾਡੀ ਨਿਰਮਲਾ ਜਿਹੜੀ ਸੰਪਰਦਾ ਇਸ ਵਿੱਚ ਹੀ ਵਿਦਵਾਨ ਨੇ, ਇਹ ਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਟਕਸਾਲ ਵਿੱਚ ਵੀ ਐਸਾ ਇੱਕ ਹੀਰਾ ਲਪੇਟ ਕੇ ਰੱਖਿਆ ਪਿਆ। ਮੂਲ ਮੰਤਰ ਦੀ ਕਥਾ ਦੇ ਉੱਪਰ ਮਹਾਂਪੁਰਖ ਗੁਰਮੁਖਾਂ ਨਾਲ ਵਿਚਾਰ ਕਰਦੇ ਕਹਿ ਦਿੰਦੇ ਸਨ
ਕਿ 6 ਕੁ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ। 6 ਮਹੀਨੇ ਜਿਹੜੇ ਅਰਥ ਮੂਲ ਮੰਤਰ ਦੇ ਇਹ ਸੁਤੇ ਸਿੱਧ ਪਿਆਰ ਵਿੱਚ ਬਚਨ ਕਰਦੇ ਸਨ। ਏਡੀ ਵੱਡੀ ਵਿਦਵਤਾ, ਏਡਾ ਵੱਡਾ ਤਿਆਗ, ਇੰਨਾ ਵੈਰਾਗ ਹਿਰਦੇ ਅੰਦਰ, ਇੰਨਾ ਅਨੁਰਾਗ, ਜਿਹੜਾ ਪ੍ਰੇਮ ਗੁਰਬਾਣੀ ਪ੍ਰਤੀ, ਗੁਰਸਿੱਖ ਸੰਗਤਾਂ ਦੇ ਪ੍ਰਤੀ, ਇਹ ਗੁਣ ਹਰ ਕਿਸੇ ਵਿੱਚੋਂ ਨਹੀਂ ਮਿਲਦੇ ਹਨ। ਮਹਾਂਪੁਰਖਾਂ ਨੇ 101 ਸਾਲ 8 ਮਹੀਨੇ ਤੇ 6 ਦਿਨ ਇੱਕੋ ਆਪਣੇ ਚੋਲੇ ਵਿੱਚ ਬੈਠ ਕਰਕੇ ਮਹਾਨ ਪੰਥ ਦੀ ਨਿੱਘਰ ਸੇਵਾ ਕੀਤੀ। ਸਾਡੇ ਮਨਾਂ ਵਿੱਚ ਖਿਆਲ ਆ ਜਾਂਦੇ ਵੀ ਮਹਾਂਪੁਰਖ ਸਾਡੇ ਤੋਂ ਦੂਰ ਚਲੇ ਗਏ, ਸਾਨੂੰ ਇਸ ਲਈ ਸੰਸਾਰ ਵਿੱਚੋਂ ਅਲਵਿਦਾ ਕਹਿ ਕਰਕੇ ਸੱਚਖੰਡ ਪਿਆਨਾ ਕਰ ਗਏ ਨੇ। ਨਹੀਂ ਪਿਆਰਿਓ, ਜਿਹੜੇ ਐਸੇ ਨਾਮ ਰਸੀਏ, ਬ੍ਰਹਮ ਸਰੋਤਰੀ, ਬ੍ਰਹਮ ਨੇਸਤੀ ਮਹਾਂਪੁਰਸ਼ ਹੁੰਦੇ, ਉਹ ਸਦਾ ਹੀ ਸਾਡੇ ਅੰਗ ਸੰਗ ਹੋ ਕੇ ਵਰਤਦੇ ਨੇ। ਇੱਕ ਬਚਨ ਆਪ ਜੀ ਨਾਲ ਦਾਸ ਜ਼ਰੂਰ ਸਾਂਝਾ ਕਰੇਗਾ, ਕਿਉਂਕਿ ਉਹ ਮਹਾਂਪੁਰਖ ਕਿੰਨੀ ਕੁ ਕਮਾਈ ਦੇ ਮਾਲਕ। ਜਿਵੇਂ ਇੱਕ ਵਾਰੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਜਥੇ ਦੇ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਗਏ ਸਨ। ਅੰਮ੍ਰਿਤਸਰ ਸਾਹਿਬ ਗਏ। ਉਸ ਵੇਲੇ ਸਿੰਘ ਸਾਹਿਬ ਗਿਆਨੀ ਮਨੀ ਸਿੰਘ ਜੀ ਇਹ ਦਰਬਾਰ ਸਾਹਿਬ ਦੀ ਸੇਵਾ ਵਿੱਚ ਨਿਯੁਕਤ ਨਹੀਂ ਹੋਏ ਸਨ। ਜਥੇ ਦੇ ਵਿੱਚ ਹੀ ਰਹਿ ਕੇ ਵਿਦਿਆ ਪੜ੍ਹਦੇ ਸਨ ਤੇ ਸਰੀਰ ਦੇ ਉੱਤੇ ਬੜਾ ਉਹਨਾਂ ਦੇ ਬੁਖਾਰ ਚੜ੍ਹ ਗਿਆ। ਮਹਾਂਪੁਰਖਾਂ ਨੇ ਕਿਹਾ ਸਾਰੇ ਸਿੰਘਾਂ ਨੂੰ ਵੀ ਅੰਮ੍ਰਿਤ ਵੇਲੇ ਉੱਠ ਕੇ 5 ਸਰੋਵਰਾਂ ਦੇ ਇਸ਼ਨਾਨ ਕਰਨੇ ਹਨ, ਫਿਰ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਅਰਦਾਸ ਕਰਨੀ ਹੈ। ਗਿਆਨੀ ਮਨੀ ਸਿੰਘ ਜੀ ਸਰੀਰ ਭੱਠ ਵਾਂਗ ਤਪਦਾ ਸੀ, ਇਹਨਾਂ ਨੇ ਇਸ਼ਨਾਨ ਨਾ ਕੀਤਾ। ਸਮਾਂ ਖੁੰਝ ਗਿਆ ਤੇ ਮਹਾਂਪੁਰਖ ਜਦੋਂ ਆਏ ਕਹਿੰਦੇ ਮਨੀ ਸਿੰਘ ਇਸ਼ਨਾਨ ਨਹੀਂ ਕੀਤਾ, ਕੀ ਕਾਰਨ ਹੈ? ਕਹਿੰਦੇ ਜੀ ਸਰੀਰ ਤੇ ਬੁਖਾਰ ਬੜਾ ਚੜਿਆ ਹੋਇਆ, ਸਰੀਰ ਭੱਠੇ ਵਾਂਗ ਤਪਦਾ ਹੈ। ਮਹਾਂਪੁਰਖਾਂ ਨੇ ਬਾਂਹ ਪਕੜੀ, ਕਹਿੰਦੇ ਇਹ ਉਹ ਪਾਵਨ ਪਵਿੱਤਰ ਸਰੋਵਰ ਹੈ ਜਿਸ ਵਿੱਚ ਕੋੜਿਆਂ ਦੇ ਕੋੜ ਟੁੱਟੇ ਨੇ, ਤੇਰਾ ਬੁਖਾਰ ਨਹੀਂ ਤੋੜਨਗੇ ਗੁਰੂ ਰਾਮਦਾਸ ਸਾਹਿਬ ਜੀ। ਤੇ ਉਸੇ ਵੇਲੇ ਇਸ਼ਨਾਨ ਕਰਵਾਇਆ ਤੇ ਜਦੋਂ ਵਾਪਸ ਮਹਾਂਪੁਰਖ ਆਸਣ ਤੇ ਆਏ ਕਹਿਣ ਲੱਗੇ ਮਨੀ ਸਿੰਘ ਕੀ ਹਾਲ ਹੈ ਸਿਹਤ ਦਾ? ਹੱਥ ਜੋੜ ਕੇ ਕਹਿਣ ਲੱਗੇ ਜੀ ਤੁਹਾਡੀ ਕਿਰਪਾ ਨਾਲ ਮੈਂ ਬਿਲਕੁਲ ਠੀਕ ਹੋ ਗਿਆ। ਜਦੋਂ ਇੰਨਾ ਕਿਹਾ ਤੁਹਾਡੀ ਕਿਰਪਾ ਨਾਲ, ਮਹਾਂਪੁਰਖਾਂ ਨੇ ਉਸੇ ਵੇਲੇ ਬਾਂਹ ਪਕੜ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲ ਮੁੱਖ ਕਰਵਾ ਕੇ ਕਹਿਣ ਲੱਗੇ ਇਹ ਸਾਰੀ ਕਿਰਪਾ ਤੇ ਗੁਰੂ ਰਾਮਦਾਸ ਮਹਾਰਾਜ ਦੀ ਹੈ। ਤੇ ਭਾਵ ਕਿ ਐਸੇ ਤੱਤ ਵੇਤੇ ਜਿਹੜੇ ਮਹਾਂਪੁਰਖ ਜੋੜਿਆ ਕਰਦੇ ਨੇ ਸੰਗਤ ਨੂੰ, ਆਪਣਿਆਂ ਸੇਵਕਾਂ ਨੂੰ, ਆਪਣੇ ਵਿਦਿਆਰਥੀਆਂ ਨੂੰ। ਦਾਸ ਆਪ ਜੀ ਨੂੰ ਜ਼ਰੂਰ ਇਹ ਦੱਸ ਦੇਵੇ ਕਿ ਇੱਕ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੇਵਾ ਕਰਦਿਆਂ, ਕਿਉਂਕਿ ਜਿੰਨੇ ਵੱਡੇ ਅਸਥਾਨ ਓਨੀਆਂ ਵੱਡੀਆਂ ਜ਼ਿੰਮੇਵਾਰੀਆਂ, ਮਨ ਦੀ ਵਿਰਤੀ ਕਦੇ ਇੱਕ ਸਮਾਨ ਨਹੀਂ ਰਿਹਾ ਕਰਦੀ। ਬੜਾ ਮਨ ਵਿੱਚ ਉਤਰਾਅ ਤੇ ਚੜ੍ਹਾਅ ਆਉਣਾ ਸ਼ੁਰੂ ਹੋ ਗਿਆ। ਕਦੇ ਕਿਸ ਤਰ੍ਹਾਂ ਮਨ ਵਿੱਚ ਕੋਈ ਫੁਰਨਾ ਬਣੇ, ਕਦੇ ਕਿਸ ਤਰ੍ਹਾਂ ਫੁਰਨਾ ਬਣਨ ਲੱਗ ਪਿਆ। ਤੇ ਰਾਤ ਨੂੰ ਫਿਰ ਸਾਧ ਸੰਗਤ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਖਾਂ ਦਾ ਇਸੇ ਸਥਾਨ ਤੇ ਮਿਲਾਪ ਹੋਇਆ। ਉਹਨਾਂ ਨੇ ਹੱਥੀਂ ਪ੍ਰਸ਼ਾਦਾ ਵੀ ਛਕਾਇਆ ਪੰਗਤ ਵਿੱਚ ਬਿਠਾ ਕਰਕੇ। ਬਾਅਦ ਵਿੱਚ ਨੇੜੇ ਹੋ ਕੇ ਮੈਂ ਬੇਨਤੀ ਕੀਤੀ ਕਿ ਮਹਾਂਪੁਰਖੋ ਆਹ ਮਨ ਵਿੱਚ ਖਿਆਲ ਉੱਠਦੇ ਨੇ, ਆਹ ਫੁਰਨੇ ਬਣਦੇ ਨੇ। ਤੇ ਮਹਾਂਪੁਰਖ ਕੀ ਕਹਿਣ ਲੱਗੇ? ਕਹਿੰਦੇ ਜਿਹੜੇ ਅਸਥਾਨ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਤੁਸੀਂ ਸੇਵਾ ਕਰਦੇ, ਉੱਥੇ ਅਰਦਾਸ ਬੇਨਤੀ ਕਰੋਗੇ ਤੇ ਕਿਵੇਂ ਨਾ ਇਹ ਫੁਰਨੇ ਦਾ ਹੱਲ ਹੋਵੇਗਾ। ਨਾਲ ਇਹ ਵੀ ਕਹਿ ਦਿੱਤਾ, ਕਹਿੰਦੇ ਹਰ ਕੀ ਪੌੜੀ ਤੇ ਜਾ ਕਰਕੇ 5 ਚੁਲੇ ਲੈਣੇ ਤੇ ਫਿਰ ਸਤਿਗੁਰੂ ਪਾਤਸ਼ਾਹ ਦੇ ਦਰ ਤੇ ਅਰਦਾਸ ਕਰਿਓ। ਇਹ ਮਹਾਂਪੁਰਖ ਜਾਣਦੇ ਨੇ। ਤੇ ਸਾਧ ਸੰਗਤ ਜੀ ਜਦੋਂ ਦੂਸਰੇ ਦਿਨ ਜਾ ਕਰਕੇ ਉਸੇ ਪ੍ਰਕਾਰ ਕੀਤਾ ਤੇ ਬਿਲਕੁਲ ਮਨ ਉੱਥੇ ਸ਼ਾਂਤ ਹੋ ਗਿਆ। ਸਾਰੇ ਫੁਰਨਿਆਂ ਦਾ ਹੱਲ ਵਿੱਚੋਂ ਨਿਕਲ ਆਇਆ। ਆਪ ਹੀ ਇਸ ਪ੍ਰਕਾਰ ਸੰਤ ਸਹਾਈ ਜੀ ਕੇ ਭਵਜਲ ਤਾਰਨਹਾਰ, ਸਭ ਤੇ ਉੱਚੇ ਜਾਨੀਏ ਨਾਨਕ ਨਾਮ ਪਿਆਰ। ਅਸੀਂ ਵਿਦਿਆਰਥੀ ਹਾਂ ਇਸ ਟਕਸਾਲ ਦੇ। ਉਹਨਾਂ ਮਹਾਂਪੁਰਖਾਂ ਨੇ ਮੁਖੀ ਰੂਪ ਦੇ ਵਿੱਚ ਕਿੰਨਾ ਲੰਬਾ ਸਮਾਂ ਸੇਵਾਵਾਂ ਕੀਤੀਆਂ।
101 ਸਾਲ ਦੇ ਵਿੱਚੋਂ 51 ਸਾਲ ਇਹਨਾਂ ਸਥਾਨਾਂ ਤੇ ਸੇਵਾ ਕੀਤੀ। ਵਿਦਿਆ ਵੀ ਇੱਥੇ ਪੜ੍ਹੀ, ਇੱਥੇ ਸੇਵਾਵਾਂ ਕੀਤੀਆਂ। ਕਿਵੇਂ ਨਾ ਸਤਿਗੁਰੂ ਪਾਤਸ਼ਾਹ ਇਸ ਪ੍ਰਕਾਰ ਫਿਰ ਆਪਣੇ ਵਿਦਿਆਰਥੀਆਂ ਨੂੰ ਐਸੇ ਮਹਾਂਪੁਰਖਾਂ ਦਾ ਮਿਲਾਪ ਕਰਵਾਉਣ। ਸੋ ਸਾਧ ਸੰਗਤ ਜੀ, ਅੱਜ ਉਹਨਾਂ ਸਤਿਪੁਰਖਾਂ ਦੀ ਮਿੱਠੀ ਪਿਆਰੀ ਆਪਾਂ ਯਾਦ ਦੇ ਵਿੱਚ ਜੁੜੇ ਹਾਂ। ਸਾਨੂੰ ਉਹਨਾਂ ਸਤਿਪੁਰਖਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਲੋੜ ਹੈ। ਜਿਸ ਤਰ੍ਹਾਂ ਉਹਨਾਂ ਮਹਾਂਪੁਰਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਆਪ ਪਾਨ ਕੀਤਾ ਤੇ ਅਸੀਂ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ। ਉਹਨਾਂ ਸਤਿਪੁਰਖਾਂ ਨੇ ਗੁਰਮਤਿ ਦੀ ਮਹਾਨ ਵਿਦਿਆ ਗ੍ਰਹਿਣ ਕੀਤੀ। ਅਸੀਂ ਵੀ ਥੋੜੀ ਤੋਂ ਥੋੜੀ, ਬਹੁਤੀ ਤੋਂ ਬਹੁਤੀ, ਜਿੰਨਾ ਸਮਾਂ ਮਿਲਦਾ ਜ਼ਿੰਦਗੀ ਵਿੱਚ ਗੁਰਬਾਣੀ ਦੀ ਸੰਥਾ ਤੇ ਗੁਰਮਤਿ ਦੀ ਵਿਦਿਆ ਜ਼ਰੂਰ ਪੜ੍ਹੀਏ। ਉਹਨਾਂ ਮਹਾਂਪੁਰਖਾਂ ਨੇ ਇਹਨਾਂ ਸਥਾਨਾਂ ਤੇ ਰਹਿ ਕਰਕੇ ਮਹਾਨ ਸੇਵਾਵਾਂ ਕੀਤੀਆਂ। ਅਸੀਂ ਵੀ ਹੱਥਾਂ ਪੈਰਾਂ ਨਾਲ ਸੇਵਾ ਦੇ ਵਿੱਚ ਹਿੱਸਾ ਪਾਈਏ ਤੇ ਉਹਨਾਂ ਦੇ ਜਦੋਂ ਪਾਏ ਪੂਰਨਿਆਂ ਤੇ ਚੱਲਾਂਗੇ, ਸਾਡੀ ਵੀ ਜ਼ਿੰਦਗੀ ਜਿਹੜੀ ਇਹ ਸਫਲੀ ਹੋਵੇਗੀ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ, ਸੰਗਤਾਂ ਵਿੱਚ ਆਪਸੀ ਇਤਫਾਕ, ਪ੍ਰੇਮ ਤੇ ਪਿਆਰ ਬਣਾਈ ਰੱਖਣ। ਸਤਿਕਾਰਯੋਗ ਮਹਾਂਪੁਰਖ ਸੰਤ ਗਿਆਨੀ ਕਪੂਰ ਸਿੰਘ ਜੀ, ਜਿਨ੍ਹਾਂ ਦੇ ਉੱਤੇ ਸਤਿਗੁਰੂ ਜੀ ਦੀ ਅਪਾਰ ਕਿਰਪਾ ਹੈ, ਉਹੀ ਮਰਜ਼ਾਦਾ ਮਹਾਂਪੁਰਖਾਂ ਬਾੜੀ ਸਾਹਮਣੇ ਦਿਸਦੀ ਜਦੋਂ ਆਈਦਾ ਹੈ। ਉਹਨਾਂ ਬਚਨਾਂ ਤੇ ਚੱਲ ਕਰਕੇ ਸੰਗਤਾਂ ਨੂੰ ਜੋੜਦੇ ਨੇ, ਗੁਰਬਾਣੀ ਕਥਾ ਦੁਆਰਾ ਨਿਹਾਲ ਕਰਦੇ ਨੇ। ਬਾਕੀ ਜਿੰਨੇ ਵੀ ਇਹਨਾਂ ਸਥਾਨਾਂ ਤੇ ਮਹਾਂਪੁਰਖਾਂ ਦੇ ਨਾਲ ਸੇਵਾ ਕਰਨ ਵਾਲੇ ਸਿੰਘ ਹਨ, ਸਾਰਿਆਂ ਦੇ ਸਿਰ ਤੇ ਸਤਿਗੁਰੂ ਮਹਾਰਾਜ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ, ਨਿਤਨੇਮ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਨ। ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ। ਮਹਾਂਪੁਰਖਾਂ ਦਾ, ਪ੍ਰਬੰਧਕ ਵੀਰਾਂ ਦਾ, ਅਤੀ ਸਤਿਕਾਰਯੋਗ ਗਿਆਨੀ ਗੁਰਮੀਤ ਸਿੰਘ ਜੀ ਮਹਾਂਪੁਰਖ ਖੋਸੇ ਕੋਟਲੇ ਵਾਲੇ, ਜਿਹੜੇ ਸਟੇਜ ਸਕੱਤਰ ਦੀ ਸੇਵਾ ਨਿਭਾ ਰਹੇ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਇੰਨਾ ਕੋ ਸਮਾਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।